जी लो जी S75 आ, ये भी उसी कंपनी का ट्रैक्टर आ, 7 मॉडल आ। इनू 16 तो 17 साल हो गए इस गड्डी आई नू, लेकिन इहदियां तुसी चीज़ां देख लो। बनाया सी उन्होंने मतलब बहुत हैवी, मतलब खर्चा घट वास्ते बनाया सी। टैंकी इहदी इत्थे करती आ जिहड़ी 240 वांगू चीज़ उही आ। 75 वाला इंजन है, इनू उही हर चीज़ उही आ, लेकिन इहदा आ जैक बाहर कढ़ता इन्होंने। आ देखो ठीक आ, ए राड देख लो। लेकिन ਇਹਦੇ ਵਿੱਚ 17 ਸਾਲਾਂ ਦੇ ਵਿੱਚ ਭਾਜੀ ਹੁਣਾਂ ਨੇ ਇਹਦਾ ਇੰਜਨ ਕਰਾਇਆ ਵਾ, ਇਹਦਾ ਪਿਛਲਾ ਸਾਰਾ ਹੀ ਕੰਮ ਕਰਾਇਆ ਵਾ, ਮਤਲਬ ਪਿਛਲੇ ਹਿੱਸੇ ਦਾ। 17 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਨਿਆਣਾ ਵਿਗੜਦਾ 20 ਸਾਲ ਲੈ ਜਾਂਦਾ। ਨਿਆਣਾ ਵਿਗੜਿਆ ਹੋਵੇ ਨਾ 20 ਸਾਲ ਲੈ ਜਾਂਦਾ, ਤੇ ਲੇਕਿਨ ਇਹ ਟਰੈਕਟਰ ਵਿਗੜਨ ਲੱਗੇ ਨੇ 15-16 ਸਾਲਾਂ ਦੇ ਵਿੱਚ ਇਹ ਚੀਜ਼ਾਂ ਇਹਨੇ ਕੀਤੀਆਂ ਵਾ। ਲੇਕਿਨ ਠੀਕ ਆ, 7 ਮਾਡਲ ਦੀ ਨਿਸਬਤ ਨਾਲ ਚਲਾਈ ਦੇ ਨਾਲ ਅੱਜ ਦੇ ਦੌਰ ਨੂੰ ਦੇਖ ਕੇ, ਉਹ ਟਰੈਕਟਰ ਵਾਲ ਦੇਖ ਕੇ ਤੁਸੀਂ 22 ਮਾਡਲ ਵਾਲ ਇਹਨੂੰ ਦੇਖੋ ਵੀ ਚਲੋ ਇਹ 17 ਸਾਲ ਚੱਲ ਤਾਂ ਗਿਆ ਨਾ ਕੰਮ ਦੇ ਵਿੱਚ, लेकिन ये लीकेज नहीं हैगी। भाई हुणां ने आप इहदा काम करवाया वा, क्योंकि हुण इहने लीकेज करनी नहीं, अपने ध्यान दे विच इहदा काम होया। बंपर लवाया भाई हुणां ने, बैटरी बड़ी रखी है इहनूं, क्योंकि कंपनी एडी बैटरी नहीं दिंदी कि हाँ ठीक आ देख लो इहदियां मुक्कियां, जिड्डी हैवी गड्डी ये बनाई आ ओडा इहनूं हैवी माल नहीं दिता अगे दिखाया गया। नंबर 2 ਇਹਦਾ ਜਿਹੜਾ ਪਾਵਰ ਦਾ ਬਾਕਸ ਨਹੀਂ, ਹਾਂਜੀ ਇਹ ਪੰਪ ਹਾਂਜੀ ਇਹ ਮੈਂ ਚੇਂਜ ਕਰਾਇਆ। ਆ ਭਾਈ ਹੁਣਾਂ ਨਾਲ ਗੱਲ ਕਰੋ, ਜਿਹੜੀ ਚੀਜ਼ ਇਹਨਾਂ ਚੇਂਜ ਕਰਵਾਈ ਆ ਤੁਹਾਨੂੰ ਆਪ ਦੱਸਦੇ ਆ ਵੀ ਆ ਚੀਜ਼ ਅਸੀਂ ਇਹਦੀ ਚੇਂਜ ਕਰਵਾਈ। ਇਹਦਾ ਭਾਈ ਜਾਨ ਆ, ਮੈਂ ਜਿਹੜਾ ਪਾਵਰ ਪੰਪ ਆ ਇਹ ਚੇਂਜ ਕਰਵਾਇਆ, ਕਿਉਂਕਿ ਇਹਦਾ ਆਪਣਾ ਜ਼ਾਤੀ ਪੰਪ ਜਿਹੜਾ ਉਹ ਛੋਟਾ ਆ ਰਿਹਾ, ਉਹ ਕੰਮ ਨਹੀਂ ਸਹੀ ਕਰਦਾ। ਮੈਂ ਫਿਰ ਇਹਨੂੰ ਜਿਹੜਾ ਨਾ 85 ਦਾ ਪੰਪ ਲਵਾਇਆ, ਵੱਡਾ ਪੰਪ ਲਵਾਇਆ। ਉਹਦੇ ਵਿੱਚ ਕੰਮ ਨਹੀਂ ਕਰਦਾ ਭਾਈ। ਬਾਕੀ ਪਿਛਲੇ ਹਿੱਸੇ ਦਾ ਦੱਸੋ ਜਿਹੜਾ ਕੰਮ ਪਿਛਲੇ ਹਿੱਸੇ ਦਾ ਭਾਈ ਉਹਨਾਂ ਨੇ ਕੀ ਕਰਾਇਆ ਭਾਜੀ? ਸਾਰਾ ਗੁੱਛਾ ਵਗੈਰਾ ਹਰ ਚੀਜ਼ ਦੁਬਾਰਾ ਚੇਂਜ ਕਰਵਾਈ ਆ। ਉਹ ਤਾਂ ਇਸ ਤਰ੍ਹਾਂ ਖੁਰ ਗਈ ਸੀ ਜਿਸ ਤਰ੍ਹਾਂ ਮੈਨੂੰ ਮਿੱਟੀ ਖੁਰ ਜਾਂਦੀ। ਗੇਅਰ ਗੁੱਛਾ ਸਾਰਾ ਹੀ ਪਾਇਆ ਜੀ ਭਾਈ ਉਹਨਾਂ ਨੇ ਨਵਾਂ, ਹਾਂਡੀ ਤੋਂ ਲਾ ਕੇ ਸਟਾਰੀਆਂ ਤੱਕ, ਮਤਲਬ ਡੁਸਕਾਂ ਹਰ ਚੀਜ਼। ਉਹ ਕਹਿੰਦਾ ਜਿਵੇਂ ਰੇਤ ਨਹੀਂ ਹੁੰਦੀ ਇਸ ਤਰ੍ਹਾਂ ਉਹ ਖੁਰ ਗਈ ਆ। ਉਹ ਭਾਈ ਹੁਣੀ ਆਪਣੀ ਜ਼ਬਾਨੀ ਦੱਸਣਗੇ ਜੋ ਉਹਨਾਂ ਨੇ ਕਰਵਾਇਆ ਵਾ। ਉਹ ਤੁਹਾਨੂੰ ਤਕਰੀਬਨ ਪਿਛਲਾ ਹਿੱਸਾ ਜੀ ਮੈਂ ਹਰ ਚੀਜ਼ ਉਹਦੀ ਸਟਾਰ ਉਹ ਜਿੰਨਾ ਵੀ ਆ ਨਾ ਹਰ ਚੀਜ਼ ਚੇਂਜ ਕਰਾਈ ਆ। ਤੇ ਇਹ ਹੁਣ ਆ ਕੇ ਮੈਂ ਵੈਸੇ 16 ਸਾਲ ਤੋਂ ਬਾਅਦ ਇਹਦੀਆਂ ਡਿਸਕਾਂ ਵਗੈਰਾ ਸਾਰਾ ਕੁਝ ਚੇਂਜ ਕਰਾਇਆ, ਬ੍ਰੇਕ ਵਾਲਾ ਸਮਾਨ ਸਾਰਾ। ਤੇ ਇਹ ਕਰਨਾ ਚਾਹੀਦਾ, ਇਹਨੂੰ ਇੰਨਾ ਨੁਕਸਾਨ ਇੰਨੇ ਟਾਈਮ ਨਹੀਂ ਕਰਨਾ ਚਾਹੀਦਾ ਜੀ। ਇਤਨੀ ਜਲਦੀ ਇਹ ਖੁਰਨੀਆਂ ਨਹੀਂ ਚਾਹੀਦੀਆਂ ਸਟਾਰੀਆਂ ਜਿੰਨੀਆਂ ਵੀ ਆ, ਜਿਸ ਤਰ੍ਹਾਂ ਉਹ ਖੁਰੀਆਂ ਵਾ। ਠੀਕ ਆ, ਕੰਪਨੀ ਨੇ ਪਹਿਲੇ ਤੇ ਫਿਰ ਵੀ ਮਾਡਲ ਕੁਝ ਚੰਗੇ ਆਂਦੇ ਸੀ, ਹੁਣ ਤੇ ਬਿਲਕੁਲ ਨਿਕੰਮੇ ਕਰ ਨਹੀਂ ਜੀ, ਹੁਣ ਤਾਂ ਬਹੁਤ ਨਾਕਸ ਮਾਲ ਆ ਰਿਹਾ। ਜਿੰਨਾ ਪੈਸਾ ਦੇਣ ਦੇ ਆ ਹੁਣ ਇਹ ਕੁਝ ਪੇਂਟ ਅੱਛਾ, ਜਿਹੜੇ ਹੁਣ ਮਾਡਲ ਆ ਰਹੇ ਆ ਨਾ ਉਹਨਾਂ ਨਾਲੋਂ ਤਕਰੀਬਨ ਕੋਈ ਬਿਹਤਰ ਆ। ਇਹ 7 ਮਾਡਲ ਦੇ ਵਿੱਚ 6-7 ਮਾਡਲ ਜਿਹੜੇ ਆ ਨਾ ਉਹਨਾਂ ਦੇ ਵਿੱਚ ਪੇਂਟ ਕੋ ਥੋੜਾ ਜਿਹਾ ਅੱਛਾ ਆਇਆ। ਤੇ ਬਾਕੀ ਤੁਸੀਂ ਉਹ ਨਵਿਆਂ ਦੀ ਨਿਸਬਤ ਨਾਲ ਦੇਖ ਲਓ। ਤੇ ਬਾਕੀ ਆ ਟਰੈਕਟਰ ਤੁਹਾਡੇ ਸਾਹਮਣੇ ਆ, ਕੋਈ ਚੀਜ਼ ਦਾ ਮਤਲਬ ਭਾਈ ਹੁਣ ਇਹਨਾਂ ਨੂੰ ਦਿਖਾਓ ਕਿ ਇਹ ਲੀਵਰ ਜਿਹੜੇ ਆ ਦੇਖੋ 7 ਆ, ਅਜੇ ਤੱਕ ਇਹ ਠੀਕ ਆ, ਇੱਥੋਂ ਲੀਕਿੰਗ ਨਹੀਂ ਆ। ਔਰ ਉਹਦੀ ਹੁਣੇ ਲੀਕਿੰਗ ਆ, ਲੇਕਿਨ ਆ ਵੀ ਉਹੀ ਚੀਜ਼ ਆ, ਲੇਕਿਨ ਇਹ ਲੀਕ ਨਹੀਂ ਹੋਇਆ ਇਥੋਂ। ਉਹ ਦੱਸ ਰਿਹਾ ਵੀ ਇਹਦਾ ਨਹੀਂ ਇਹ ਲੀਕ ਹੋਇਆ। ਪਹਿਲੇ ਪਾਏਦਾਰ ਸੀ ਚੀਜ਼ਾਂ, ਇਹਨਾਂ ਤੇ ਧਿਆਨ ਵਾਲਾ ਸਹੀ ਸੀਗਾ ਜਿਹੜਾ ਬੰਦਾ ਮਤਲਬ ਇਹਨਾਂ ਨੂੰ ਪਾਸ ਕਰਦਾ ਸੀ। ਹੁਣ ਉਹ ਪਤਾ ਨਹੀਂ ਬੰਦਾ ਮਰ ਗਿਆ ਜਾਂ ਮਤਲਬ ਉਹ ਵਿਚਾਰਾ ਕੱਢਤਾ। ਤੇ ਲੇਕਿਨ ਹੁਣ ਨਹੀਂ ਇਹ ਚੀਜ਼ਾਂ, ਪਤਾ ਨਹੀਂ ਸੀਲਾਂ 2 ਨੰਬਰ ਆਉਣ ਲੱਗ ਪਈਆਂ, ਪੈਸੇ ਵੱਧ ਗਏ ਆ। ਪੈਸੇ ਜੇ ਵਧਣ ਉਹਦੇ ਨਾਲ ਟੈਕਨੋਲੋਜੀ ਵੀ ਵਧਣੀ ਚਾਹੀਦੀ ਆ। ਜੇ ਪੈਸੇ ਖਰਚਾ ਵਧੇ ਨਾ ਉਹਦੇ ਨਾਲ ਟੈਕਨੋਲੋਜੀ ਵੀ ਵਧਣੀ ਚਾਹੀਦੀ ਆ। ਵੀ ਵਾਇਰਿੰਗ ਜਿਹੜੀ ਆ ਆਪਾਂ ਫੋਰਡ ਦੇਖ ਕੇ ਆਂਦੇ, ਫੋਰਡ ਦੇ ਰਿਵਿਊ ਕਰਦੇ ਹੋ, ਚੈੱਕ ਕੋਈ ਤਾਰ ਨਜ਼ਰ ਨਹੀਂ ਆਉਂਦੀ। ਇਹਦੀ ਕੀ ਵਜ੍ਹਾ? ਇਹਦੇ ਵਿੱਚ ਭਾਜੀ ਇਹਨਾਂ ਕੋਲ ਜਗ੍ਹਾ ਹੈ ਨਹੀਂ ਗੀ ਤਾਰਾਂ ਲਗਾਉਣ ਨੂੰ। ਜਾਂ ਉਹ ਫੋਰਡ ਦਾ ਤੁਸੀਂ ਰਿਵਿਊ ਕੀਤਾ ਵਾ, ਉਹਦੇ ਆ ਚੀਜ਼ਾਂ ਸੀਗੀਆਂ, ਤੁਹਾਨੂੰ ਮੈਂ ਦੱਸਿਆ ਵੀ ਜੈਕ ਉਹਦੇ ਬਾਹਰ ਨਹੀਂ ਹੈਗਾ, ਕੋਈ ਨਟ ਕਾਵਲਾ ਨਜ਼ਰ ਨਹੀਂ, ਉਹਦੇ ਕੋਈ ਨਟ ਕਾਵਲਾ ਨਹੀਂ। ਪੰਪ ਉਹਨੂੰ ਵੀ ਪਾਵਰ ਲੱਗਾ, ਸਟੀਅਰਿੰਗ ਸਲੋ ਦੇ ਵਿੱਚ ਖੜਾ, ਇੱਕ ਹੱਥ ਨਾਲ ਘੁੰਮ ਰਿਹਾ। ਠੀਕ ਆ, ਉਹ ਕਿਉਂ ਘੁੰਮ ਰਿਹਾ? ਇੱਥੋਂ ਉਹਦੇ ਡੰਡਾ ਪਾਇਆ ਵਾ, ਪਾ ਕੇ ਇੱਥੇ ਪੰਪ ਲਾ ਕੇ ਲੋਹੇ ਦੀ ਵਾਇਰਿੰਗ ਦੇ ਪੈਪ 2 ਗਏ ਬਸ, ਕੋਈ ਵਾਪਸੀ ਨਹੀਂ, ਕੋਈ ਆਉਣ ਨਹੀਂ। ਇੱਥੇ ਆਹ ਪੈਪ ਹੀ ਨਹੀਂ ਹਟਦੇ ਲੀਕ। ਹੁਣ ਆ ਇੱਥੋਂ ਹੁਣ ਚੜਨ ਲੱਗਿਆ ਕਾਲੀ ਦੇ ਵਿੱਚ ਤੇਰੇ 'ਚ ਫਸੂ ਇਹ ਪੈਪ, ਤੇ ਭਾਵੇਂ ਮੂੰਹ ਆ ਉੱਥੇ ਵੱਜੇ ਜਾ ਕੇ। ਇਹ ਕਿਉਂ ਬਾਹਰ ਆ? ਇਹਨਾਂ ਕੋਲ ਜਗ੍ਹਾ ਹੈ ਨਹੀਂ, ਇਹਨਾਂ ਦੀ ਕੋਈ ਮਤਲਬ ਨਿਸਬਤ ਨਹੀਂ ਹੈਗੀ ਫਿਟਿੰਗ ਦੀ ਵੀ ਕਿੱਦਾਂ ਵਾ ਇਹਨੂੰ ਕੀ ਕਰਨਾ। ਆ ਜੈਕ ਲੋਕਲ ਲਾਤਾ ਜਿਹੜਾ ਆਮ ਫੀਟਾਂ ਨੂੰ ਆਉਂਦਾ ਵਾ, ਲਾ ਕੇ ਪਾਵਰ ਕਰਤਾ ਬੇਕਾਰ ਪੰਪ। ਹਾਂ, ਤੇ ਆਹ ਰਾਡ ਜਿਹੜਾ ਐਡਾ ਕਾਮਯਾਬ ਨਹੀਂ ਹੈਗਾ, ਰਾਡ ਜਿਹੜਾ ਐਡਾ ਕਾਮਯਾਬ ਨਹੀਂ ਹੈਗਾ। ਉਹਦੇ ਤੋਰੇ ਲੱਭਦਾ ਨਹੀਂ। ਇਸ ਮਾਡਲ ਦਾ ਸਪੇਅਰ ਪਾਰਟ ਜਿਹੜਾ ਨਾ ਮਾੜਾ ਚੰਗਾ ਉਤਲਾ ਇਹਦਾ ਇੱਥੋਂ ਨਹੀਂ ਲੱਭਦਾ ਹੈਗਾ। ਠੀਕ ਆ, ਸ਼ੋ ਦੇਖ ਲਓ ਵੀ ਤੁਸੀਂ ਉਹੀ ਆ 260 ਵਾਲੀ 240 ਵਾਲੀ। ਬਾਕੀ ਵੱਡੇ ਟਰੈਕਟਰਾਂ ਦੀ ਨਿਸਬਤ ਨਾਲ ਹੋਰ ਆ ਸ਼ੋ, ਇਹ ਇਹਨਾਂ ਦੀ ਆ ਸ਼ੋ। ਟੈਂਕੀ ਢੱਕਣ ਹਰ ਚੀਜ਼ ਉਹੀ ਕਰਤਾ ਹੋਇਆ ਸਾਰਾ ਕੁਝ। ਹਾਂ, ਬਲੋ ਹਜੇ ਇੰਜਨ ਕਰਾਇਆ ਭਾਈ ਉਹਨਾਂ ਨੇ ਤਾਜ਼ਾ ਇਹਦਾ। ਹੁਣ ਤਾਂ ਮਤਲਬ ਕੋਈ 4 ਸਾਲ ਕੱਢੂਗਾ, ਕਿਉਂਕਿ ਜਗਾੜੀ ਮਿਸਤਰੀ ਨੇ ਕੀਤਾ ਵਾ। ਇੱਥੇ ਆਪਣੇ ਧਿਆਨ ਦੇ ਵਿੱਚ ਰੱਖ ਕੇ ਪੈਸੇ ਲਾਏ ਜਾਂਦੇ ਆ।
ਲੈ ਕੇ ਆਇਆ ਉਦੋਂ ਆਉਂਦਿਆਂ ਸਾਰੀ 6 ਮਹੀਨੇ ਤੋਂ ਬਾਅਦ ਇਹਦਾ ਜਿਹੜਾ ਨਾ ਆਹ- ਮਾਰਨ ਲੱਗ ਆ ਲਓ ਭਾਈ ਹੁਣਾਂ ਤੋਂ ਸੁਣੋ। ਮੈਂ ਜਿਸ ਵਕਤ ਲੈ ਕੇ ਆਇਆ ਨਵਾਂ 6 ਮਾਹ ਤੋਂ ਬਾਅਦ ਇਹ ਬਲੋ ਮਾਰਨਾ ਸ਼ੁਰੂ ਹੋ ਗਿਆ। ਮੈਂ ਰਿੰਗ ਪਵਾਏ ਆ ਗਿਆ ਤੋਂ ਜਾ ਕੇ, ਔਰ ਉਹ ਕਿਸੇ ਟਾਈਮ ਵੀ ਤੁਸੀਂ ਪੁੱਛ ਵੀ ਸਕਦੇ ਹੋ ਆ ਗਏ ਉਹਨੂੰ ਕਿ ਡੋਗਰ ਸਾਹਿਬ ਦਾ ਟਰੈਕਟਰ ਆਇਆ ਸੀ ਜਦੋਂ 375 ਤੇ 6 ਮਹੀਨੇ ਦੇ ਅੰਦਰ ਅੰਦਰ ਉਹਨੂੰ ਰਿੰਗ ਪਵਾਏ ਸੀ। ਉਹ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਪਵਾਏ ਜਾਂ ਨਹੀਂ ਪਵਾਏ। ਆਗਾ ਡੀਲਰ ਆ ਫੈਸਲਾਬਾਦ ਦਾ, ਬਹੁਤ ਬੜਾ ਡੀਲਰ ਆ ਮਿਲਤ ਕੰਪਨੀ ਦਾ। ਹੈਲੋ ਜੀ ਇਕਬਾਲ ਭਾਈ ਲਓ ਕਰੋ। ਹਾਂ ਤੇ ਬਾਕੀ ਤੁਸੀਂ ਮੇਰਾ ਵੀਰ ਤੁਸੀਂ ਇਸ ਚੀਜ਼ ਦਾ ਗਿਲਾ ਨਾ ਕਰਿਆ ਕਰੋ ਵੀ ਯਾਰ ਇਹ ਬਦਖੋਈਆਂ ਕਰਦੇ ਆ ਜਾਂ ਭਾਜੀ ਚੀਜ਼ ਚੰਗੀ ਹੋਊਗੀ ਤੇ ਅਸੀਂ ਮਤਲਬ ਆ ਮਗਰਾਟਾਂ ਨੂੰ ਸੀਟ ਲਵਾਈ ਆ, ਇਹਦੀ ਨਿਸਬਤ ਨਾਲ ਇਹਦੇ ਮਾਡਲ ਦੀ ਨਿਸਬਤ ਨਾਲ ਮਗਰਾਟ ਠੀਕ ਆ ਹਜੇ, ਲੇਕਿਨ ਏਡੇ ਵੀ ਪ੍ਰੋਪਰ ਨਹੀਂ ਹੈਗੇ। ਉਹਦੀ ਨਿਸਬਤ ਨਾਲ 82 ਮਾਡਲ ਦੀ ਨਿਸਬਤ ਨਾਲ ਹਜੇ ਵੀ ਨਹੀਂ ਠੀਕ ਹੈਗੇ। ਤੇ ਬਾਕੀ ਮਿਹਰਬਾਨੀ ਕਰੋ ਇਹਨਾਂ ਚੀਜ਼ਾਂ ਤੇ ਗੁੱਸਾ ਨਾ ਭਾਈ ਮੇਰੇ ਕਰਿਆ ਕਰੋ, ਇਹਨਾਂ ਨੂੰ ਦੇਖਿਆ ਕਰੋ ਯਾਰ ਵੀ ਇਹ ਬੰਦੇ ਭਾਰੀ ਕਰ ਦਿਓ ਯਾਰ। ਪਤਾ ਕੀ ਆ, ਕਿਉਂਕਿ ਕੋਈ ਸ਼ੌਕ ਹੋਵੇ, ਕੋਈ ਦਿਨ ਦਿਹਾੜ ਹੋਵੇ 12 ਰੁਪਏ ਤੇ ਅਕਸਰ ਮੁੰਡੇ ਉੱਤੇ ਚੜ ਜਾਂਦੇ ਆ ਇਹਨਾਂ ਦੇ, ਠੀਕ ਆ। ਹੁਣ ਜਿਹੜੇ ਆਉਂਦੇ ਆ ਉਹਦੇ ਇੱਕ ਭਾਲੋ ਇੱਥੇ ਤੇ ਉਹ ਕੜਾਕੇ ਮਾਰਨ ਲੱਗ ਪੈਂਦੀ, ਉਹ ਉੱਤਰ ਥੱਲੇ ਯਾਰ ਇਹਦੇ ਚਿਬ ਨਾ ਪੈ ਜੇ। ਤੇ ਮਿਹਰਬਾਨੀ ਕਰੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਬੈਸਟ ਬਣਾਓ, ਸੋਹਣੀਆਂ ਕਰੋ ਇਹਨਾਂ ਨੂੰ। ਮਿਹਰਬਾਨੀ ਆ ਤੁਹਾਡੀ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਤੁਹਾਡੀ ਚੀਜ਼ ਦੀ ਬਦਖੋਈ ਕਰਦੇ ਆ, ਠੀਕ ਆ। ਬਣਿਆ ਟਰੈਕਟਰ ਚੱਲਦਾ ਅਜਰਈ ਚੀਜ਼ਾਂ ਵਾ ਇਹ, ਮਤਲਬ ਆ ਦੇਖ ਲਓ ਹੁਣ ਉਹ ਆ ਮਗਰਾਟ ਗਲਿਆ ਖੜਾ ਇੱਥੋਂ ਜੀ, ਇੱਥੋਂ ਇਹਨੇ ਜਦੋਂ ਪੀਸ ਲਵਾਉਣਾ ਇਹਨੂੰ ਆ ਦੇਖੋ, ਨਾ ਤਾਂ ਇਹਨੂੰ ਭਾਈ ਨੂੰ ਇਹ ਰੰਗ ਹੀ ਲੱਭਣਾ ਤੇ ਨਾ ਇਹਦਾ ਇਹ ਪੀਸ ਹੀ ਇੱਥੋਂ ਲੱਭਣਾ। ਮਤਲਬ ਜਿਹੜਾ ਇਹ ਆਮ ਬੰਦਾ ਇਹਨੂੰ ਕੱਟ ਕੇ ਲਾਏਗਾ। ਮੇਨਟੇਨੈਂਸ ਕੋਈ ਕਿਹਾ ਜਾਏ ਨਾ ਕਿ ਮੇਨਟੇਨੈਂਸ ਨਹੀਂ ਸਹੀ, ਮੇਨਟੇਨੈਂਸ ਵੀ ਇਹ ਵਾਇਰਿੰਗ ਜਿਹੜੀ ਹੈ, ਵਾਇਰਿੰਗ ਵੀ ਭਾਈ ਹੁਣਾਂ ਨੇ ਦੁਬਾਰਾ ਕਰਵਾਈ ਹੋਈ ਹੈ, ਜੈਨੂਇਨ ਵਾਇਰਿੰਗ ਨਹੀਂ ਹੈਗੀ ਇਹ। ਦੁਬਾਰਾ ਵਾਇਰਿੰਗ ਇਹਨਾਂ ਨੇ ਆਪ ਆ ਤੇ ਗ੍ਰਿਪ ਸ਼੍ਰਿਪ ਲਵਾ ਕੇ ਇਹਦੀ ਇਹ ਕਰਵਾਈ ਹੋਈ ਆ। ਤੇ ਕੋਈ ਮੀਟਰ ਇਹਦਾ ਨਹੀਂ ਚਾਲੂ ਟਰੈਕਟਰ ਦਾ। ਕੁੜੀ ਆਵੇ 89 ਮਾਡਲ ਟਰੈਕਟਰ ਆ ਜਿਨ੍ਹਾਂ ਦੇ ਮੀਟਰ ਚਾਲੂ ਆ। ਇਹਦੀ ਸਪੀਡੋਮੀਟਰ ਕੇਬਲ ਹੀ ਨਹੀਂ ਮਿਲ ਰਹੀ S75 ਦੀ। ਹਾਂਜੀ ਆ ਦੱਸੋ ਭਾਈ ਹੁਣਾਂ ਨੂੰ ਵੀ ਜਿਹੜੀ ਚੀਜ਼ ਇਹਦੀ ਮਿਲ ਨਹੀਂ ਰਹੀ। ਇੱਥੇ ਕਹਿੰਦੇ ਜੀ ਮਿਲਤ ਦਾ ਨਾਮ ਆ, ਉਹਦਾ ਹਰ ਸਮਾਨ ਬੇਲੇਵਲ ਆ। ਮੈਂ ਦੱਸਦਾ ਜੀ ਇਹਦੀ ਸਪੀਡੋਮੀਟਰ ਕੇਬਲ ਆ, ਮਿਸਤਰੀਆਂ ਜਿਸ ਟਾਈਮ ਖੋਲੀ ਉਹ ਖਰਾਬ ਹੋਈ। ਦੁਬਾਰਾ ਜਿਹੜਾ ਨਾ ਇਸ ਮਾਡਲ ਦੀ ਕੇਬਲ ਹੀ ਨਹੀਂ ਸਾਨੂੰ ਮਿਲੀ, ਅਵੇਲ ਹੋਈ ਅੱਜ ਤੱਕ। ਲਾਹੌਰ ਤੱਕ ਵੀ ਪਤਾ ਕੀਤਾ ਨਹੀਂ ਮਿਲਦੀ। 375S ਦੀ ਕੇਬਲ ਅੱਜ ਤੱਕ ਨਹੀਂ ਸਾਨੂੰ ਮਿਲੀ। ਬਾਜ਼ਾਰ ਕਈ ਦਫਾ ਜਾਈਦਾ ਕਿ ਯਾਰ ਮੀਟਰ ਚੱਲ ਪਵੇ, ਇਹਦਾ ਪਤਾ ਚੱਲ ਜਾਵੇ ਕਿ ਕਿੰਨਾ ਚੱਲਿਆ ਕਿੰਨਾ ਨਹੀਂ ਚੱਲਿਆ। ਫਿਲਟਰ ਚੇਂਜ ਕਰਨੇ ਹੁੰਦੇ, ਸਾਰਾ ਕੁਝ ਕਰਨਾ ਹੁੰਦਾ, ਤੇਲ। ਲੇਕਿਨ ਉਹ ਸਪੀਡੋਮੀਟਰ ਚੱਲਦਾ ਹੋਏਗਾ ਤਾਂ ਸਾਨੂੰ ਪਤਾ ਲੱਗੇਗਾ ਕਿੰਨੇ ਘੰਟੇ ਚੱਲ ਗਿਆ। ਵੈਸੇ ਤਾਂ ਅੰਦਾਜ਼ੇ ਨਾਲ ਆਟਾ ਸੱਟਾ ਹੀ ਆ ਜ਼ਿਮੀਂਦਾਰਾਂ ਦਾ ਕਿ ਯਾਰ ਇੰਨਾ ਕਿ ਚੱਲ ਗਿਆ ਤੇ ਤੇਲ ਨੂੰ ਚੇਂਜ ਕਰ ਦਿਓ। ਆ ਦੇਖੋ ਨਾ, ਇਹਨੂੰ ਆਇਲ ਕੂਲਰ ਨਹੀਂ ਲੱਗਾ ਹੋਇਆ, ਇਹ ਵੀ ਟਰੈਕਟਰ ਚੱਲ ਹੀ ਰਿਹਾ ਨਾ, ਇਹਨੂੰ ਮਤਲਬ ਉਹ ਨਹੀਂ ਆਇਆ। ਤੇ ਜੇ ਹੁਣ ਉਹਨਾਂ ਨੂੰ ਉਹ ਲਾਤੇ ਆ ਤੇ ਉਹ ਉਨੀ ਇਹਦੇ ਨਾਲੋਂ ਜ਼ਿਆਦਾ ਗਰਮੀ ਕਰਨ ਡਿਆ ਜਾਂ ਇੰਜਣ ਦੇ ਵਿੱਚ ਕੋਈ ਫਰਕ ਲਾਈਫ ਦੇ ਵਿੱਚ ਪਵੇ ਨਾ, ਮਤਲਬ ਉਹ ਕੂਲਰ ਲਾਤਾ ਜੀ ਇਹਦੀ ਮਤਲਬ ਅੱਛੀ ਕਾਰਕਰਦਗੀ ਹੋ ਗਈ ਆ, ਇੰਜਣ ਦਾ ਟਾਈਮ ਜ਼ਿਆਦਾ ਵਾ, ਬਲੋ ਘਟ ਗਿਆ, ਲੇਕਿਨ ਉਹ ਕਰਨ ਦਾ ਫਾਇਦਾ ਹੀ ਕੋਈ ਨਹੀਂ। ਇਕਬਾਲ ਸਾਹਿਬ ਇਹਦੇ ਵਿੱਚ ਇੱਕ ਹੋਰ ਹੁਣ ਕਿਤਨਾ ਬੜਾ ਟਰੈਕਟਰ ਆ 240, ਉਹਦੇ ਚ ਵੀ 7 ਲੀਟਰ, ਇਹਦੇ ਚ ਵੀ 7 ਲੀਟਰ। ਸਭ ਤੋਂ ਜ਼ਿਆਦਾ ਵਜੂਹਾਤ ਭਾਈ ਹੁਣੀ ਇਹ ਦੱਸਦੇ ਆ ਇਹਨਾਂ ਦਾ ਛੋਟੇ ਤੋਂ ਲੱਗ ਕੇ ਕੰਮ ਇਹਦੇ ਵਿੱਚ ਜਿਹੜਾ 4x4 ਤੱਕ 4x4 385 ਜਿਹੜਾ ਨਾ ਉਹਨੂੰ ਸਿਰਫ ਅਗਲਾ ਹਿੱਸਾ ਲਾ ਕੇ ਤੇ ਇੱਥੇ ਉਹਦਾ ਗੇਅਰ ਲਾ ਦਿੱਤਾ ਹੋਇਆ ਵਾ, ਉਹਨੂੰ 4x4 ਕਰਤਾ। ਉਹਦੇ ਚ ਫਰਕ ਕੀ ਆ, ਉਹ 2 ਵੀਲ ਵੀ 85 HP ਆ, ਉਹ ਵੀ 85 HP ਆ। ਉਹਦੇ ਵਿੱਚ ਵੀ 7 ਲੀਟਰ ਤੇਲ ਆ ਇੰਜਣ ਚ। S75 ਚ ਵੀ 7 ਲੀਟਰ ਆ, 240 ਚ ਵੀ 7 ਲੀਟਰ ਆ, 360 ਚ ਵੀ 7 ਲੀਟਰ ਆ, 300 ਦੂਸਰਾ ਜਿਹੜਾ 260 ਉਹਦੇ ਚ ਵੀ 7 ਹੀ ਲੀਟਰ ਤੇਲ ਪੈਂਦਾ ਵਾ। ਲੇਕਿਨ ਇਹਦੇ ਵਿੱਚ ਇਹ ਦੇਖੋ ਜਿੱਡਾ ਇਹ ਟਰੈਕਟਰ ਆ 4 ਸਿਲੰਡਰ ਟਰੈਕਟਰ ਆ, ਉਹਨਾਂ ਦੀ ਨਿਸਬਤ ਨਾਲ ਇਹਦਾ ਆਇਲ ਤੇਲ ਵੱਧ ਹੋਣਾ ਚਾਹੀਦਾ। 10 ਲੀਟਰ ਕਮ ਸੇ ਕਮ 10 ਤੋਂ 12 ਲੀਟਰ ਤੇਲ ਹੋਣਾ ਚਾਹੀਦਾ। ਨਾ ਤਾਂ ਬੰਦਾ ਇਹਦਾ ਚੈਂਬਰ ਵੱਡਾ ਕਰ ਸਕਦਾ, ਇਹ ਲੱਭਣਾ ਹੀ ਨਹੀਂ ਕਿੱਥੋਂ ਲੈ ਲਾਂਗੇ ਚੈਂਬਰ ਵੱਡਾ ਕਰਕੇ ਇਹਨੂੰ ਪੜਵਾ ਕੇ ਥੱਲੋਂ ਇਹਦੇ ਟੈਂਕੀ ਲਾ ਸਕਦੇ ਆ, ਥੱਲੇ ਉਹ ਆਪੇ ਆਇਲ ਪੰਪ ਚੱਕਦਾ ਰਹੇਗਾ, ਫਿਰ ਖਰਾਬ ਹੋ ਜਾਏਗਾ, ਫਿਰ ਬਦਲ ਲਾਂਗੇ। ਲੇਕਿਨ ਇਹਨੂੰ ਬੜਾ ਕਰਨਾ ਚਾਹੀਦਾ, ਮਗਰਲੇ ਹਿੱਸਿਆਂ 'ਚ ਤੇਲ ਡਰਮਾਂ ਨਾ ਪੈਂਦਾ। ਅੱਛਾ ਡੋਗਰ ਸਾਹਿਬ, ਜਦੋਂ ਟਰੈਕਟਰ ਬੁੱਕ ਕਰਵਾਉਂਦੇ ਹੋ, ਜਦੋਂ ਕੰਪਨੀ ਤੁਹਾਨੂੰ ਰੇਟ ਦੱਸਦੀ ਆ, ਤੁਸੀਂ ਉਹਨਾਂ ਨੂੰ ਕਹਿੰਦੇ ਤੇ ਨਹੀਂ ਘੱਟ ਕਰ ਲਓ? ਨਹੀਂ, ਕਦੇ ਵੀ ਨਹੀਂ ਕਿਹਾ। ਪੂਰੇ ਪੈਸੇ ਦਿੰਦੇ ਹੋ? ਪੂਰੀ ਰਕਮ ਦੇਈਦੀ, ਜਿੰਨੀ ਉਹ ਕਹਿੰਦੇ ਆ ਉਨੀ ਰਕਮ ਮੈਂ ਉਹਨਾਂ ਨੂੰ ਦੇਈਦੀ। ਉਹ ਤੁਹਾਨੂੰ ਟਰੈਕਟਰ ਦਿੰਦੇ ਆ ਜੀ ਸਾਡਾ ਇਹਦੀ ਇੰਨੀ ਮਿਆਦ ਹੋਊਗੀ, ਇੰਨਾ ਜ਼ਿਆਦਾ ਚੱਲੂਗਾ, ਉਹ ਸਾਰਾ ਕੁਝ ਹੀ ਤਾਰੀਫਾਂ ਕਰਦੇ ਆ। ਲੇਕਿਨ ਉਹ ਤਾਰੀਫਾਂ ਜਿਹੜੀਆਂ ਨਾ ਬਾਅਦ ਦੇ ਵਿੱਚ ਖਤਮ ਹੋ ਜਾਂਦੀਆਂ। ਹਾਂ, ਅਸਲ ਗੱਲ ਇਹ ਵਾ ਕਿ ਜਦੋਂ ਪੈਸੇ ਪੂਰੇ ਲੈ ਲੈਂਦੇ। ਨੰਬਰ 2 ਤੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸਰ ਕਿ ਜਿਸ ਟਾਈਮ ਮੈਂ 240 ਟਰੈਕਟਰ 1982 ਦੇ ਵਿੱਚ ਲਿਆ ਸੀ ਔਰ ਉਹ 4 ਮਾਹ ਲੇਟ ਸਾਨੂੰ ਮਿਲਿਆ, ਔਰ ਉਹਦੇ ਤੇ ਉਹਨਾਂ ਨੇ ਗਵਰਨਮੈਂਟ ਨੇ ਸਾਨੂੰ 4000 ਰੁਪਇਆ ਉਸ ਵਕਤ ਵਾਪਸ ਦਿੱਤਾ ਸੀ ਕਿ 4 ਮਾਹ
ਤੁਹਾਨੂੰ ਇਸਤੇਮਾਲ ਨਹੀਂ ਤੁਸੀਂ ਕਰ ਸਕੇ, ਇਹ 4000 ਰੁਪਇਆ ਸਾਡੀ ਤਰਫ ਮਿਲਤ ਦੀ ਤਰਫ ਤੁਹਾਡਾ ਬਣਦਾ ਹੈ, ਤੁਸੀਂ ਵਾਪਸ ਲਓ। ਔਰ ਉਸ ਤੋਂ ਬਾਅਦ ਮੈਂ 375 ਲਿਆ। ਇਹ ਪੂਰੀ ਕੀਮਤ ਜਿੰਨੀ ਮੈਂ ਇਹਦੇ ਤੇ ਉਹਨਾਂ ਨੇ ਦੱਸੀ ਸੀ ਓਨੀ ਕੀਮਤ ਤੇ ਮੈਨੂੰ ਵਾਪਸ ਮਿਲਿਆ। ਔਰ 360 ਜਿਸ ਵਕਤ ਮੈਂ ਲਿਆ ਉਸ ਵਕਤ ਜਿਹੜੀ ਕੀਮਤ 1496 ਉਹਨਾਂ ਨੇ ਦੱਸੀ ਸੀ ਉਹ ਬੁੱਕ ਕਰਵਾਇਆ। ਔਰ ਉਸ ਤੋਂ ਬਾਅਦ ਮੈਨੂੰ 34000 ਰੁਪਇਆ ਐਕਸਟਰਾ ਇਹਨਾਂ ਨੇ ਲੈਟਰ ਆਇਆ ਕਿ 34000 ਰੁਪਇਆ ਜਮ੍ਹਾਂ ਕਰਾਓ ਬੈਂਕ ਨੂੰ ਔਰ ਬਾਅਦ ਦੇ ਵਿੱਚ, ਔਰ ਦੁਬਾਰਾ ਤੁਹਾਨੂੰ ਤਦ ਟਰੈਕਟਰ ਮਿਲੇਗਾ ਜਦੋਂ 34000। ਮੈਂ ਦੌੜ ਭੱਜ ਕਾਫੀ ਕੀਤੀ, ਕਦੇ ਕਿਸੇ MNA ਸਾਹਿਬ ਨੂੰ, ਕਦੇ MPA ਸਾਹਿਬ ਨੂੰ ਕਹਿ ਕੇ ਸਿਫਾਰਿਸ਼ਾਂ ਕਰਾਈਆਂ ਔਰ ਮਿਲਤ ਵਾਲਿਆਂ ਨਾਲ ਗੱਲਬਾਤ ਵੀ ਚਲਾਈ, ਲੇਕਿਨ ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਇਹ ਜਿਹੜਾ 34000 ਰੁਪਇਆ ਦਿਓਗੇ ਤਾਂ ਤੁਹਾਨੂੰ ਟਰੈਕਟਰ ਮਿਲੇਗਾ। ਮੈਂ 34000 ਰੁਪਇਆ ਐਕਸਟਰਾ ਜਮ੍ਹਾਂ ਕਰਾ ਕੇ ਤੇ ਫਿਰ 360 ਟਰੈਕਟਰ ਵਸੂਲ ਕੀਤਾ ਸੀ, ਜਿਹੜਾ ਬਹੁਤ ਨਕਮਾ ਦੂਜੇ ਸਾਲ ਹੀ ਹਿੱਲ ਗਿਆ। ਹਾਂਜੀ। ਔਰ 2 ਸਾਲ ਵੀ ਨਹੀਂ ਉਹਨੇ ਕੱਢੇ ਕਿ ਹਰ ਚੀਜ਼ ਉਹਦੀ ਲੀਕ ਕਰਨ ਦੇ ਹੀ ਹੈ।